Good morning, everyone. I am Sharandeep Kaur, lecturer biology from Government Senior Secondary School, Kirtpur Sahib District, Roopnagar. Today I am going to present a topic on immunity and its types. This topic is from chapter number 7, Human Health and Disease, and this chapter is under unit number 8, Biology and Human Welfare. So now let us start with our topic. So the name of the topic is the immune system and its types. So what is immune system? Immune system ਕੀ ਹੁੰਦਾ ਹੈ? Immune system ਸਾਡੇ ਸਰੀਰ ਦੀ ਰੱਖਿਆ ਕਰਨ ਵਾਲਾ ਇੱਕ ਸਿਸਟਮ ਹੁੰਦਾ ਹੈ ਜਿਹੜਾ ਕਿ ਸਾਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਹੈ। ਜਿਵੇਂ ਕਿ ਸਾਡੀ ਬਾਡੀ ਦੇ ਅੰਦਰ ਅਸੀਂ ਖਾਂਦੇ ਹਾਂ ਜਦੋਂ ਵੀ ਜਾਂ ਬੋਲਦੇ ਹਾਂ, ਕਿਉਂਕਿ ਸਾਡੀ ਜਿਹੜੀ ਬਾਹਰ ਹਵਾ ਹੈ, ਪਾਣੀ ਹੈ, ਉਹਦੇ ਵਿੱਚ ਬਹੁਤ ਸਾਰੇ ਮਾਈਕਰੋਬਸ ਹੈ, ਡਿਜ਼ੀਜ਼ ਕਾਜ਼ਿੰਗ ਮਾਈਕਰੋਬਸ ਹੈ, ਜਿਨ੍ਹਾਂ ਦੀ ਸਾਡੀ ਬਾਡੀ ਦੇ ਅੰਦਰ ਐਂਟਰ ਕਰਨ ਦੀ ਪੋਸੀਬਿਲਿਟੀ ਰਹਿੰਦੀ ਹੈ। ਅਤੇ ਇਹ ਮਾਈਕਰੋਬਸ ਸਾਡੀ ਮਾਊਥ ਰਾਹੀਂ, ਸਕਿਨ ਰਾਹੀਂ ਜਾਂ ਹੋਰ ਜਿਹੜੇ ਵੀ ਪੈਸੇਜਸ ਹੈਗੇ ਆ, ਡਰਟੀ ਹੈਂਡਸ ਨਾਲ ਸਾਡੀ ਬਾਡੀ ਦੇ ਅੰਦਰ ਜਾਂਦੇ ਹੈਗੇ ਆ, ਔਰ ਇਹਨਾਂ ਨੂੰ ਅਸੀਂ ਪੈਥੋਜਨਸ ਕਹਿੰਦੇ ਹਾਂ। ਅਤੇ ਇਹਨਾਂ ਮਾਈਕਰੋਬਸ ਨੂੰ ਸਾਡੀ ਬਾਡੀ ਦਾ ਆਪਣਾ ਇੱਕ ਡਿਫੈਂਸ ਸਿਸਟਮ ਹੈ ਜਿਹੜਾ ਕਿ ਕਿਲ ਕਰਦਾ ਹੈ ਅਤੇ ਸਾਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਦਾ। ਤਾਂ ਸਾਡੀ ਬਾਡੀ ਦੇ ਇੱਕ ਇੱਦਾਂ ਦਾ ਜਿਹੜਾ ਸਿਸਟਮ ਹੈ ਜਿਹੜਾ ਸਾਨੂੰ ਕਾਬਿਲ ਬਣਾਉਂਦਾ ਹੈ, ਕੈਪੇਬਲ ਬਣਾਉਂਦਾ ਹੈ ਬਿਮਾਰੀਆਂ ਦਾ ਟਾਕਰਾ ਕਰਨ ਦੇ ਲਈ, ਉਹਨੂੰ ਅਸੀਂ ਸਰੀਰ ਦਾ ਇਮਿਊਨ ਸਿਸਟਮ ਕਹਿੰਦੇ ਹਾਂ। ਜਿਵੇਂ ਸਾਡੀ ਫੌਜ ਸਾਡੀ ਰੱਖਿਆ ਕਰਦੀ ਹੈ ਬਾਹਰੋਂ ਜਿਹੜੇ ਸਾਡੇ ਦੇਸ਼ ਦੇ ਉੱਤੇ ਦੁਸ਼ਮਣ ਹਮਲਾ ਕਰਦੇ ਹੈ, ਉਸੇ ਤਰ੍ਹਾਂ ਸਾਡਾ ਇਮਿਊਨ ਸਿਸਟਮ ਸਾਡੀ ਬਾਡੀ ਦੀ ਰੱਖਿਆ ਕਰਦਾ ਹੈ ਅਤੇ ਸਾਨੂੰ ਬਾਹਰੋਂ ਆਉਣ ਵਾਲੇ ਕੋਈ ਵੀ ਜਿਹੜੇ ਅਟੈਕਰਸ ਹੈਗੇ ਆ, ਹਮਲਾਵਰ ਹੈਗੇ ਆ, ਉਹਨਾਂ ਤੋਂ ਬਚਾ ਕੇ ਰੱਖਦਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ ਦੀ ਗੱਲ ਕਰਾਂਗੇ। ਸੋ ਡੈਫੀਨੇਸ਼ਨ ਆਫ ਇਮਿਊਨਿਟੀ ਇਜ਼ ਅਬਿਲਿਟੀ ਆਫ ਦਾ ਹੋਸਟ ਟੂ ਫਾਈਟ ਦਾ ਡਿਜ਼ੀਜ਼ ਕਾਜ਼ਿੰਗ ਆਰਗੈਨਿਜ਼ਮਸ ਕਨਫਰਡ ਬਾਏ ਦਾ ਇਮਿਊਨ ਸਿਸਟਮ। ਤਾਂ ਇਹ ਸਾਡੇ ਸਰੀਰ ਦੀ ਇੱਦਾਂ ਦੀ ਯੋਗਤਾ ਹੈ ਜਿਹੜੀ ਕਿ ਸਾਨੂੰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਂਦੀ ਹੈ, ਉਸ ਨੂੰ ਅਸੀਂ ਬਾਡੀ ਦਾ ਇਮਿਊਨ ਸਿਸਟਮ ਕਹਿੰਦੇ ਹਾਂ। ਤਾਂ ਜਿਹੜਾ ਇਮਿਊਨ ਸਿਸਟਮ ਹੈ, ਜਿਹੜੀ ਇਮਿਊਨਿਟੀ ਹੈ, ਇਹ ਸਾਡੀ ਦੋ ਟਾਈਪ ਦੀ ਹੋ ਸਕਦੀ ਹੈ। ਤਾਂ ਨੈਕਸਟ ਸਲਾਈਡ ਇਜ਼ ਅਬਾਊਟ ਦ ਟਾਈਪਸ ਆਫ ਇਮਿਊਨਿਟੀ। ਸੋ ਦੇਅਰ ਆਰ ਟੂ ਮੇਨ ਟਾਈਪਸ ਆਫ ਇਮਿਊਨਿਟੀ। ਵਨ ਇਜ਼ ਇਨੇਟ ਇਮਿਊਨਿਟੀ ਐਂਡ ਦ ਅਦਰ ਵਨ ਇਜ਼ ਅਕਵਾਇਰਡ ਇਮਿਊਨਿਟੀ। First of all, we will talk about the innate immunity. Innate ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਇੱਦਾਂ ਦੀ ਇਮਿਊਨਿਟੀ ਹੈ ਜਿਹੜੀ ਸਾਡੇ ਵਿੱਚ ਜਨਮ ਦੇ ਸਮੇਂ ਤੋਂ ਹੀ ਹੁੰਦੀ ਹੈ, ਪ੍ਰੈਜ਼ੈਂਟ ਹੁੰਦੀ ਹੈ, ਔਰ ਇਹ ਨੋਨ ਸਪੈਸੀਫਿਕ ਹੁੰਦੀ ਹੈ। ਨੋਨ ਸਪੈਸੀਫਿਕ ਦਾ ਮਤਲਬ ਇਹ ਹੈ ਬਈ ਇਹ ਨਹੀਂ ਹੈ ਕਿ ਇਹ ਬੈਕਟੀਰੀਆ ਲਈ ਕੁਝ ਹੋਰ ਤਰ੍ਹਾਂ ਦੀ ਹੈ, ਵਾਇਰਸ ਲਈ ਕੁਝ ਹੋਰ ਤਰ੍ਹਾਂ ਦੀ ਇਮਿਊਨਿਟੀ ਹੈ। ਇਹ ਸਾਰੇ ਹੀ ਪੈਥੋਜਨਸ ਦੇ ਲਈ ਇੱਕ ਕਾਮਨ ਤਰ੍ਹਾਂ ਦੀ ਇਮਿਊਨਿਟੀ ਹੁੰਦੀ ਹੈ। ਤਾਂ ਜਿਹੜੀ ਇਹ ਵਾਲੀ ਇਮਿਊਨਿਟੀ ਹੈ, ਇਹਨੂੰ ਅਸੀਂ 4 ਤਰ੍ਹਾਂ ਦੇ ਬੈਰੀਅਰਸ ਦੀ ਮਦਦ ਦੇ ਨਾਲ ਅਚੀਵ ਕਰਦੇ ਹਾਂ। ਇਹ 4 ਤਰ੍ਹਾਂ ਦੇ ਬੈਰੀਅਰ ਹੈਗੇ ਆ। ਨੰਬਰ 1 ਇਜ਼ ਫਿਜ਼ੀਕਲ ਬੈਰੀਅਰਸ, ਫਿਜ਼ੀਓਲੋਜੀਕਲ ਬੈਰੀਅਰਸ, ਸੈਲੂਲਰ ਬੈਰੀਅਰਸ ਐਂਡ ਸਾਈਟੋਕਾਈਨ ਬੈਰੀਅਰਸ। ਤਾਂ ਇਹ ਸਾਰੇ ਦੇ ਸਾਰੇ ਜਿਹੜੇ ਬੈਰੀਅਰ ਹੈਗੇ ਆ, ਇਹ ਹਰ ਤਰ੍ਹਾਂ ਦੇ ਮਾਈਕਰੋ ਆਰਗੈਨਿਜ਼ਮ ਤੋਂ ਸਾਡੀ ਬਾਡੀ ਨੂੰ ਬਚਾ ਕੇ ਰੱਖਦੇ ਆ। ਇਸ ਕਰਕੇ ਇਹ ਨੋਨ ਸਪੈਸੀਫਿਕ ਟਾਈਪ ਆਫ ਡਿਫੈਂਸ ਮਕੈਨਿਜ਼ਮ ਹੈ। ਅਤੇ ਜਿਹੜੇ ਫਿਜ਼ੀਕਲ ਅਤੇ ਫਿਜ਼ੀਓਲੋਜੀਕਲ ਬੈਰੀਅਰ ਹੈ, ਇਹਨਾਂ ਨੂੰ ਅਸੀਂ ਫਸਟ ਲਾਈਨ ਆਫ ਡਿਫੈਂਸ ਕਹਿੰਦੇ ਹਾਂ। ਜਿਵੇਂ ਜਦੋਂ ਸਾਡੀ ਦੇਸ਼ ਦੇ ਉੱਪਰ ਬਾਹਰੋਂ ਕੋਈ ਵੀ ਹਮਲਾਵਰ ਹਮਲਾ ਕਰੂਗਾ ਤਾਂ ਜਿਹੜੀ ਬਾਰਡਰ ਸਿਕਿਉਰਿਟੀ ਫੋਰਸ ਹੈ, ਉਹ ਪਹਿਲਾਂ ਉਹਨਾਂ ਹਮਲਾਵਰਾਂ ਦਾ ਮੁਕਾਬਲਾ ਕਰੂਗੀ ਅਤੇ ਉਸ ਤੋਂ ਬਾਅਦ ਜੇ ਫਿਰ ਵੀ ਉਹ ਹਮਲਾਵਰ ਅੰਦਰ ਚਲੇ ਜਾਂਦੇ ਆ, ਦੈਨ ਅਗਲੀ ਫੌਜ ਆਪਣਾ ਕੰਮ ਸ਼ੁਰੂ ਕਰੇਗੀ। ਤਾਂ ਜਿਹੜੇ ਪਹਿਲੇ ਸਾਡੀ ਫਸਟ ਲਾਈਨ ਆਫ ਡਿਫੈਂਸ ਹੈ, ਉਹਦੇ ਵਿੱਚ ਫਿਜ਼ੀਕਲ ਅਤੇ ਫਿਜ਼ੀਓਲੋਜੀਕਲ ਬੈਰੀਅਰਸ ਆਉਂਦੇ ਆ। ਦੈਨ ਫਸਟ ਆਫ ਆਲ ਵੀ ਵਿਲ ਟਾਕ ਅਬਾਊਟ ਫਿਜ਼ੀਕਲ ਬੈਰੀਅਰ। ਤਾਂ ਸਕਿਨ ਹੈ ਜਿਹੜੀ, ਉਹ ਸਾਡੀ ਫਿਜ਼ੀਕਲ ਬੈਰੀਅਰ ਹੈ, ਔਰ ਇਹ ਮਾਈਕਰੋ ਆਰਗੈਨਿਜ਼ਮ ਦੀ ਐਂਟਰੀ ਨੂੰ ਪ੍ਰੀਵੈਂਟ ਕਰਦੀ ਹੈ। ਸਕਿਨ ਦੇ ਅੰਦਰ ਬਹੁਤ ਸਾਰੇ ਗਲੈਂਡਸ ਪ੍ਰੈਜ਼ੈਂਟ ਹੁੰਦੇ ਆ। ਥੀਸ ਗਲੈਂਡਸ ਆਰ ਕਾਲਡ ਸੀਬੇਸ਼ੀਅਸ ਗਲੈਂਡਸ ਐਂਡ ਥੀਸ ਸੀਬੇਸ਼ੀਅਸ ਗਲੈਂਡਸ secretes certain type of enzymes called lysozymes. These enzymes help us to kill bacteria.
ਤਾਂ ਇਸ ਤੋਂ ਬਿਨਾਂ ਜਿਹੜੀ ਸਾਡੇ ਮਿਊਕਸ ਕੋਟਿੰਗ ਹੁੰਦੀ ਹੈ ਮਾਊਥ ਦੇ ਵਿੱਚ, ਜਾਂ ਜਿਹੜੀ ਐਪੀਥੀਲੀਅਮ ਲਾਈਨਿੰਗ ਹੁੰਦੀ ਹੈ ਆਫ ਦ ਰੈਸਪੀਰੇਟਰੀ, ਗੈਸਟਰੋਇੰਟੇਸਟਾਈਨਲ ਐਂਡ ਯੂਰਾਈਨੋਜੀਨਾਈਟਲ ਟਰੈਕ, ਇਹ ਜਿਹੜੀਆਂ ਸਾਰੀਆਂ ਲਾਈਨਿੰਗਸ ਹੁੰਦੀਆਂ, ਇਹਨਾਂ ਦੀਆਂ ਸਿਕਰੀਸ਼ਨਸ ਮਾਈਕਰੋ ਆਰਗੇਨਿਜ਼ਮ ਦੀ ਨੂੰ ਟਰੈਪ ਕਰ ਲੈਂਦੀਆਂ ਔਰ ਉਹਨਾਂ ਨੂੰ ਬਾਡੀ ਦੇ ਵਿੱਚ ਐਂਟਰ ਨਹੀਂ ਹੋਣ ਦਿੰਦੀਆਂ। ਦੂਸਰਾ ਜਿਹੜਾ ਹੈ ਦੈਟ ਇਜ਼ ਦਾ ਫਿਜ਼ੀਓਲੋਜੀਕਲ ਬੈਰੀਅਰਸ। ਫਿਜ਼ੀਓਲੋਜੀਕਲ ਬੈਰੀਅਰ ਦੇ ਵਿੱਚ ਸਾਡਾ ਜਿਹੜਾ ਸਟਮਕ ਹੈ ਉਹਦੇ ਵਿੱਚ ਐਸਿਡ ਬਣਦਾ ਹੈ, ਹਾਈਡਰੋਕਲੋਰਿਕ ਐਸਿਡ। ਇਹ ਐਸਿਡ ਜਿਹੜਾ ਵੀ ਫੂਡ ਅਸੀਂ ਖਾਂਦੇ ਹਾਂ ਉਹਦੇ ਵਿੱਚ ਜਿਹੜੇ ਵੀ ਕੋਈ ਮਾਈਕਰੋ ਆਰਗੇਨਿਜ਼ਮਸ ਜਾਂਦੇ ਨੇ, ਉਹਨਾਂ ਮਾਈਕਰੋ ਆਰਗੇਨਿਜ਼ਮ ਨੂੰ ਇਹ ਐਸਿਡ ਪ੍ਰੀਵੈਂਟ ਕਰਦਾ ਹੈ, ਤਾਂ ਉਹ ਮਾਈਕਰੋ ਆਰਗੇਨਿਜ਼ਮ ਮਰ ਜਾਂਦੇ ਆ ਸਟਮਕ ਦੇ ਵਿੱਚ। ਇਸ ਤੋਂ ਇਲਾਵਾ ਜਿਹੜਾ ਮਾਊਥ ਦੇ ਵਿੱਚ ਸਾਡੇ ਸੈਲਿਵਰੀ ਗਲੈਂਡਸ ਹੁੰਦੇ ਆ, ਇਹ ਸਲਾਈਵਾ ਪ੍ਰੋਡਿਊਸ ਕਰਦੇ ਆ। ਸਲਾਈਵਾ ਦੇ ਵਿੱਚ ਵੀ ਲੈਕਟਿਕ ਐਸਿਡ ਐਨਜ਼ਾਈਮਸ ਹੁੰਦੇ ਆ ਜਿਹੜੇ ਕਿ ਐਂਟੀ ਬੈਕਟੀਰੀਅਲ ਹੁੰਦੇ ਆ, ਔਰ ਇਹ ਵੀ ਇਹਨਾਂ ਨੂੰ ਬੈਕਟੀਰੀਆ ਨੂੰ ਕਿਲ ਕਰਦੇ ਆ। ਇਸ ਤੋਂ ਬਿਨਾਂ ਜਿਹੜੇ ਸਾਡੇ ਟੀਅਰਸ ਹੁੰਦੇ ਆ ਆਈਜ਼ ਦੇ, ਟੀਅਰ ਜਿਹੜੇ ਹੈਗੇ ਆ ਉਹ ਲੈਕਰੀਮਲ ਗਲੈਂਡਸ ਦੇ ਦੁਆਰਾ ਪ੍ਰੋਡਿਊਸ ਹੁੰਦੇ ਆ। ਇਹ ਲੈਕਰੀਮਲ ਗਲੈਂਡਸ ਵੀ ਆਪਣੀਆਂ ਸਿਕਰੀਸ਼ਨਸ ਜਿਹੜੀਆਂ ਛੱਡਦੇ ਆ, ਇਹ ਬੈਕਟੀਰੀਆ ਨੂੰ ਕਿਲ ਕਰਦੇ ਆ। ਤਾਂ ਇਸ ਤਰ੍ਹਾਂ ਇਹ ਫਿਜ਼ੀਓਲੋਜੀਕਲ ਬੈਰੀਅਰਸ ਜਿਹੜੇ ਆਪਣੀਆਂ ਸਿਕਰੀਸ਼ਨਸ ਦੀ ਮਦਦ ਦੇ ਨਾਲ ਸਾਡੀ ਬਾਡੀ ਨੂੰ ਮਾਈਕਰੋ ਆਰਗੇਨਿਜ਼ਮਸ ਤੋਂ ਬਚਾਉਂਦੇ ਆ। ਨੈਕਸਟ ਉਸ ਤੋਂ ਅੱਗੇ ਆ ਗਿਆ ਸੈਲੂਲਰ ਬੈਰੀਅਰਸ। ਸੈਲੂਲਰ ਬੈਰੀਅਰ ਜਿਹੜੇ ਹੈਗੇ ਆ, ਇਹਨਾਂ ਦੇ ਵਿੱਚ ਸਾਡੀ ਬਾਡੀ ਦੇ ਵਿੱਚ ਕੁਝ ਖਾਸ ਤਰ੍ਹਾਂ ਦੇ ਸੈੱਲ ਹੁੰਦੇ ਆ, ਜਿਵੇਂ ਕਿ WBC ਅਤੇ ਜਿਹੜੇ PMNL ਪੋਲੀਮੋਰਫੋ ਨਿਊਕਲੀਅਰ ਲਿਊਕੋਸਾਈਟਸ। ਇਹ ਜਿਹੜੇ ਸੈੱਲਸ ਹੈਗੇ ਆ, ਇਹ ਨੈਚੁਰਲੀ ਤੌਰ 'ਤੇ ਇਹਨਾਂ ਦੇ ਵਿੱਚ ਇੱਦਾਂ ਦੀਆਂ ਪ੍ਰੋਪਰਟੀਜ਼ ਹੁੰਦੀਆਂ ਕਿ ਇਹ ਫਾਈਗੋਸਿਟਿਕ ਹੁੰਦੇ ਆ, ਔਰ ਇਹ ਜਿਹੜੇ ਆ ਬਾਹਰੋਂ ਆਉਣ ਵਾਲੇ ਮੈਕਰੋਫੇਜਿਸ ਬੈਕਟੀਰੀਆ ਨੂੰ ਖਾ ਜਾਂਦੇ ਆ ਔਰ ਉਹਨਾਂ ਨੂੰ ਕਿਲ ਕਰ ਦਿੰਦੇ ਆ। ਨੈਕਸਟ ਟਾਈਪ ਆਫ ਇਮਿਊਨਿਟੀ ਇਜ਼ ਬਾਏ ਸਾਈਟੋਕਾਈਨ ਬੈਰੀਅਰਸ। ਸਾਈਟੋਕਾਈਨ ਬੈਰੀਅਰਸ ਦੇ ਵਿੱਚ ਇਹ ਹੈਗਾ ਕਿ ਕੁਝ ਜਿਹੜੇ ਵਾਇਰਸ ਨਾਲ ਇਨਫੈਕਟ ਹੋਏ ਸੈੱਲਸ ਹੁੰਦੇ ਆ, ਉਹ ਇਸ ਤਰ੍ਹਾਂ ਦੀਆਂ ਪ੍ਰੋਟੀਨਸ ਰਿਲੀਜ਼ ਕਰਦੇ ਆ ਕਿ ਜਿਹੜੀਆਂ ਪ੍ਰੋਟੀਨਸ ਬਾਕੀ ਦੇ ਸੈੱਲਾਂ ਨੂੰ ਬਚਾਉਂਦੀਆਂ ਨੇ ਇਨਫੈਕਸ਼ਨਸ ਤੋਂ। ਕਿਸ ਤਰ੍ਹਾਂ ਕਿ ਇਹ ਕੁਝ ਸਿਕਰੀਸ਼ਨਸ ਛੱਡਦੀਆਂ, ਪ੍ਰੋਟੀਨਸ ਸਿਕਰੀਟ ਕਰਦੀਆਂ, ਜਿਨ੍ਹਾਂ ਨੂੰ ਅਸੀਂ ਇੰਟਰਫਿਰੋਨਸ ਕਹਿੰਦੇ ਹਾਂ। ਇਹ ਇੰਟਰਫਿਰੋਨਸ ਜਿਹੜੇ ਨਾਨ ਇਨਫੈਕਟਡ ਸੈੱਲਸ ਹੈ ਬਾਡੀ ਦੇ, ਉਹਨਾਂ ਦੀ ਰੱਖਿਆ ਕਰਦੇ ਆ। ਤਾਂ ਇਸ ਤਰ੍ਹਾਂ ਇਹ ਇਨੇਟ ਇਮਿਊਨਿਟੀ ਜਿਹੜੀ ਹੈ ਉਹ ਅਸੀਂ ਇਹਨਾਂ ਸਾਰੇ ਬੈਰੀਅਰਸ ਦੇ ਨਾਲ ਅਚੀਵ ਕਰਦੇ ਹਾਂ। ਔਰ ਇਹਦਾ ਖਾਸ ਕਰੈਕਟਰ ਇਹ ਹੈ ਕਿ ਇਹ ਬਰਥ ਦੇ ਸਮੇਂ ਹੀ ਸਾਡੇ ਕੋਲ ਹੁੰਦੀ ਹੈ। Now we will discuss about the second type of immunity, that is the acquired immunity. Acquired ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਜਿਹਨੂੰ ਅਸੀਂ ਆਪਣੇ ਲਾਈਫ ਟਾਈਮ ਦੇ ਵਿੱਚ ਪ੍ਰਾਪਤ ਕੀਤਾ ਹੋਵੇ, ਇਸ ਤਰ੍ਹਾਂ ਦੀ ਇਮਿਊਨਿਟੀ ਨੂੰ ਅਸੀਂ acquired immunity ਕਹਿੰਦੇ ਹਾਂ। ਔਰ ਇਹ ਸਪੈਸੀਫਿਕ ਟਾਈਪ ਆਫ ਡਿਫੈਂਸ ਮੈਕੈਨਿਜ਼ਮ ਹੁੰਦਾ ਸਾਡਾ, ਮਤਲਬ ਇਹ ਖਾਸ ਤਰ੍ਹਾਂ ਦਾ ਜਿਹੜਾ ਹੈ, ਖਾਸ ਤਰ੍ਹਾਂ ਦੇ ਆਰਗੇਨਿਜ਼ਮ ਦੇ ਲਈ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ, ਔਰ ਇਹ ਇਟ ਇਜ਼ ਕਰੈਕਟਰਾਈਜ਼ਡ ਬਾਈ ਮੈਮਰੀ। ਤਾਂ ਮਤਲਬ ਇਹ ਹੈ ਕਿ ਜਦੋਂ ਬਾਡੀ ਦੇ ਵਿੱਚ ਕੋਈ ਵੀ ਪੈਥੋਜਨ ਅਟੈਕ ਕਰੂਗਾ ਤਾਂ ਫਸਟ ਟਾਈਮ ਸਾਡੀ ਬਾਡੀ ਜਿਹੜਾ ਰਿਸਪੌਂਸ ਸ਼ੋ ਕਰਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਪ੍ਰਾਇਮਰੀ ਰਿਸਪੌਂਸ। ਦਿਸ ਰਿਸਪੌਂਸ ਇਜ਼ ਆਫ ਵੈਰੀ ਲੋ ਇੰਟੈਂਸਿਟੀ। ਇਹ ਬੜਾ ਜਿਹੜਾ ਘੱਟ ਹੁੰਦਾ ਰਿਸਪੌਂਸ। ਅਤੇ ਉਸ ਤੋਂ ਬਾਅਦ ਜਦੋਂ ਅਟੈਕ ਤੋਂ ਬਾਅਦ ਜਿਹੜੇ ਸਾਡੇ ਬਾਡੀ ਦੇ ਸੈੱਲ ਹੈ ਉਹ ਇਸ ਨੂੰ ਯਾਦ ਰੱਖਦੇ, ਇਸ ਮਾਈਕਰੋ ਆਰਗੇਨਿਜ਼ਮ ਨੂੰ ਯਾਦ ਰੱਖਦੇ ਆ। ਜਦੋਂ ਦੁਬਾਰਾ ਫਿਰ ਉਹ ਪੈਥੋਜਨ ਹਮਲਾ ਕਰੇਗਾ ਤਾਂ ਜਿਹੜਾ ਸੈਕੰਡਰੀ ਰਿਸਪੌਂਸ ਹੋਊਗਾ ਬਾਡੀ ਦਾ, ਇਹ ਬਹੁਤ ਜ਼ਿਆਦਾ ਹਾਈਲੀ ਇੰਟੈਂਸੀਫਾਈਡ ਹੋਏਗਾ। ਤਾਂ ਇਹ ਜਿਹੜਾ ਰਿਸਪੌਂਸ ਹੈਗਾ ਇਹ ਬਹੁਤ ਜ਼ਿਆਦਾ ਹਾਈ ਇੰਟੈਂਸਿਟੀ ਦਾ ਹੋਏਗਾ, ਔਰ ਇਹ ਬੜੀ ਜਲਦੀ ਹੋਏਗਾ, ਔਰ ਇਹ ਬੜੀ ਜਲਦੀ ਜਿਹੜੇ ਪੈਥੋਜਨਸ ਆਏ ਉਹਨਾਂ ਨੂੰ ਕਿਲ ਕਰ ਦੇਗਾ। ਔਰ ਇਹ ਜਿਹੜਾ ਰਿਸਪੌਂਸ ਹੈਗਾ ਇਹ ਦੋ ਤਰ੍ਹਾਂ ਦੇ ਸੈੱਲਸ ਦੇ ਦੁਆਰਾ ਅਚੀਵ ਕੀਤਾ ਜਾਂਦਾ ਹੈ। ਥੀਸ ਟੂ ਟਾਈਪ ਆਫ ਸੈੱਲਸ ਆਰ ਬੀ ਲਿੰਫੋਸਾਈਟਸ ਐਂਡ ਟੀ ਲਿੰਫੋਸਾਈਟਸ। ਹੁਣ ਅਸੀਂ ਜਾਣਾਂਗੇ ਕਿ ਬੀ ਲਿੰਫੋਸਾਈਟ ਅਤੇ ਟੀ ਲਿੰਫੋਸਾਈਟਸ ਕੀ ਹੁੰਦੇ ਆ। ਇਹ ਸਾਡੇ ਬਲੱਡ ਦੇ ਹੀ ਸੈੱਲਸ ਜਿਹੜੇ ਆ WBCs, ਵਾਈਟ ਬਲੱਡ ਕਾਰਪਸਲਸ ਹੁੰਦੇ ਆ, ਇਹ ਉਹਨਾਂ ਦੀ ਟਾਈਪ ਹੁੰਦੀਆਂ ਨੇ। ਤਾਂ ਬਲੱਡ ਦੇ ਵਿੱਚ ਜਿਵੇਂ ਕਿ ਸਾਨੂੰ ਪਤਾ 3 ਟਾਈਪਸ ਆਫ ਸੈੱਲਸ ਹੁੰਦੇ ਆ, WBCs, RBCs ਐਂਡ ਪਲੇਟਲੈਟਸ।
ਤਾਂ ਜਿਹੜੇ ਇਹਨਾਂ ਵਿੱਚੋਂ WBCs ਹੈਗੇ ਆ ਉਹ ਦੋ ਟਾਈਪ ਦੇ ਹੋ ਸਕਦੇ ਆ ਅੱਗੇ, B ਲਿੰਫੋਸਾਈਟ ਐਂਡ T ਲਿੰਫੋਸਾਈਟਸ। ਤਾਂ ਜਿਹੜੇ B ਲਿੰਫੋਸਾਈਟ ਹੈ ਉਹਨਾਂ ਦਾ ਕੰਮ ਹੈ ਸਾਡੇ ਸਰੀਰ ਦੇ ਲਈ ਆਰਮੀ ਪ੍ਰੋਡਿਊਸ ਕਰਨਾ, ਸਾਡੇ ਸਰੀਰ ਦੇ ਲਈ ਇੱਦਾਂ ਦੀ ਫੌਜ ਤਿਆਰ ਕਰਨਾ ਜਿਹੜੀ ਬਾਹਰੋਂ ਆਏ ਇਨਵੇਡਰਸ ਦੇ ਉੱਤੇ ਹਮਲਾ ਕਰੇ। ਤਾਂ ਜਿਹੜੇ B ਲਿੰਫੋਸਾਈਟ ਹੈ ਇਹ ਐਂਟੀਬੋਡੀਜ਼ ਬਣਾਉਂਦੇ ਆ ਸਾਡੀ ਬਾਡੀ ਦੇ ਵਿੱਚ। ਬਾਹਰੋਂ ਜਿਹੜੇ ਇਨਵੇਡਰਸ ਆਏ ਉਹਨਾਂ ਨੂੰ ਅਸੀਂ ਕਹਿੰਦੇ ਆ ਐਂਟੀਜਨ, ਅਤੇ ਉਹਦੇ ਰਿਸਪੌਂਸ ਦੇ ਵਿੱਚ B ਲਿੰਫੋਸਾਈਟ ਐਂਟੀਬੋਡੀਜ਼ ਬਣਾਉਂਦੇ ਆ। ਅਤੇ ਜਿਹੜੇ T ਲਿੰਫੋਸਾਈਟ ਹੁੰਦੇ ਆ ਇਹ ਇੱਦਾਂ ਦੇ ਸੈੱਲਸ ਹੈਗੇ ਆ ਜਿਹੜੇ ਕਿ ਖੁਦ ਐਂਟੀਬੋਡੀਜ਼ ਨਹੀਂ ਬਣਾ ਸਕਦੇ, ਪਰ ਇਹ B ਲਿੰਫੋਸਾਈਟ ਦੀ ਹੈਲਪ ਕਰਦੇ ਆ ਐਂਟੀਬੋਡੀਜ਼ ਬਣਾਉਣ ਦੇ ਲਈ। ਇਸ ਕਰਕੇ ਇਹਨਾਂ ਨੂੰ ਹੈਲਪਰ T ਸੈੱਲਸ ਵੀ ਕਿਹਾ ਜਾਂਦਾ ਹੈ। ਤਾਂ ਇਹ ਦੋਨੋਂ ਟਾਈਪ ਦੇ ਸੈੱਲਸ ਹੈ ਜਿਹੜੇ ਇਹ ਇਮਿਊਨ ਰਿਸਪੌਂਸ ਜਿਹੜਾ ਹੈ ਬਾਡੀ ਦੇ ਵਿੱਚ ਉਹ ਸਟਾਰਟ ਕਰਦੇ ਆ ਬਾਏ ਪ੍ਰੋਡਿਊਸਿੰਗ ਐਂਟੀਬੋਡੀਜ਼ ਅਗੇਂਸਟ ਦਾ ਐਂਟੀਜਨਸ। ਅਸੀਂ ਨੈਕਸਟ ਸਲਾਈਡ ਦੇ ਵਿੱਚ ਦੇਖ ਸਕਦੇ ਹਾਂ ਕਿ B ਸੈੱਲਸ ਅਤੇ T ਸੈੱਲਸ ਦਿਖਾਏ ਗਏ ਨੇ। ਇਹਦੇ 'ਚ ਇਹੀ ਦੱਸਿਆ ਗਿਆ ਕਿ B ਸੈੱਲਸ ਜਿਹੜੇ ਆ ਉਹ ਐਂਟੀਬੋਡੀਜ਼ ਪ੍ਰੋਡਿਊਸ ਕਰਦੇ ਆ, ਔਰ T ਸੈੱਲਸ ਇਹਨਾਂ ਨੂੰ ਹੈਲਪਰ T ਸੈੱਲਸ ਵੀ ਲਿਖਿਆ ਗਿਆ ਹੈ, ਇਹ ਇਹਨਾਂ ਦੀ ਹੈਲਪ ਕਰਦੇ ਆ। ਨਾਓ ਇਨ ਦ ਨੈਕਸਟ ਸਲਾਈਡ ਵੀ ਵਿਲ ਸਟੱਡੀ ਦਾ ਸਟਰਕਚਰ ਆਫ ਐਂਟੀਬੋਡੀ। ਹੁਣ ਜਿਹੜੀ ਐਂਟੀਬੋਡੀ ਸਾਡੇ ਫੌਜ ਹੈਗੀ ਹੈ ਸਾਡੇ ਰੱਖਿਆ ਕਰਨ ਵਾਸਤੇ, ਸਾਡੀ ਸੈਕਿੰਡ ਲਾਈਨ ਆਫ ਡਿਫੈਂਸ ਹੈ ਇਹ, ਇਹਦਾ ਸਟਰਕਚਰ ਕਿਹੋ ਜਿਹਾ ਹੁੰਦਾ ਹੈ। ਇਹਦਾ ਸਟਰਕਚਰ ਨੂੰ ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਇਹਦੇ ਵਿੱਚ ਅਸੀਂ ਦੇਖਦੇ ਹਾਂ 4 ਪੋਲੀਪੈਪਟਾਈਡ ਚੇਨਸ ਦਾ ਇਹ ਬਣਿਆ ਹੁੰਦਾ। 2 ਜਿਹੜੀਆਂ ਚੇਨਸ ਹੈ ਉਹ ਲੰਬੀਆਂ ਹੁੰਦੀਆਂ, ਹੈਵੀ ਹੁੰਦੀਆਂ, ਅਤੇ 2 ਚੇਨਸ ਜਿਹੜੀਆਂ ਉਹ ਲਾਈਟ ਹੁੰਦੀਆਂ। ਅਤੇ ਇਹ ਹੈਵੀ ਅਤੇ ਲਾਈਟ ਚੇਨਸ ਆਪਸ ਦੇ ਵਿੱਚ ਡਾਈਸਲਫਾਈਡ ਬੌਂਡਸ ਦੇ ਨਾਲ ਲਿੰਕ ਹੁੰਦੀਆਂ, ਅਤੇ ਇਸ ਨੂੰ ਅਸੀਂ H2L2 ਦੀ ਫੋਰਮ ਦੇ ਵਿੱਚ ਵੀ ਲਿਖ ਸਕਦੇ ਹਾਂ। ਇਹ ਜਿਹੜੀਆਂ ਇਹਦੀਆਂ ਐਗਜ਼ਾਮਪਲ, ਇਹਨਾਂ ਨੂੰ ਇਮਿਊਨੋਗਲੋਬੁਲਿਨਸ ਕਿਹਾ ਜਾਂਦਾ ਹੈਗਾ, ਅਤੇ ਇਹਨਾਂ ਦੀਆਂ ਅੱਗੇ ਟਾਈਪਸ ਹੋ ਸਕਦੀਆਂ ਇਮਿਊਨੋਗਲੋਬੁਲਿਨਸ, G ਇਮਿਊਨੋਗਲੋਬੁਲਿਨਸ, A ਇਮਿਊਨੋਗਲੋਬੁਲਿਨਸ, M ਇਮਿਊਨੋਗਲੋਬੁਲਿਨਸ, E। ਇਹ ਇਹਦੀਆਂ ਸਾਰੀਆਂ ਟਾਈਪਸ ਹੋ ਸਕਦੀਆਂ ਐਂਟੀਬੋਡੀ ਦੀਆਂ। ਅਤੇ ਇਹਦੇ ਵਿੱਚ ਐਂਟੀਜਨ ਦੇ ਨਾਲ ਬਾਈਂਡਿੰਗ ਸਾਈਟਸ ਹੁੰਦੀਆਂ ਜਿੱਥੋਂ ਐਂਟੀਜਨ ਇਹਨਾਂ ਦੇ ਨਾਲ ਆ ਕੇ ਅਟੈਚ ਹੋ ਜਾਂਦਾ ਅਤੇ ਚਾਰੇ ਪਾਸਿਓਂ ਐਂਟੀਜਨ ਨੂੰ ਘੇਰ ਲੈਂਦੀਆਂ ਅਤੇ ਉਹਦੇ ਨਾਲ ਉਹਦੇ ਜਿਹੜਾ ਇਫੈਕਟ ਹੈ ਉਹਨੂੰ ਨਲੀਫਾਈ ਕਰ ਦਿੰਦੀਆਂ, ਉਹਨੂੰ ਖ਼ਤਮ ਕਰ ਦਿੰਦੀਆਂ। ਇਸ ਤਰ੍ਹਾਂ ਇਹ ਐਂਟੀਬੋਡੀਜ਼ ਸਾਡੀ ਹੈਲਪ ਕਰਦੀਆਂ। ਉਸ ਤੋਂ ਅਗਲੀ ਜਿਹੜੀ ਸਲਾਈਡ ਹੈ, ਦਿਸ ਇਜ਼ ਅਬਾਊਟ ਦਾ ਇਮਿਊਨ ਰਿਸਪੌਂਸ। ਇਮਿਊਨ ਰਿਸਪੌਂਸ ਸਾਡੀ ਬਾਡੀ ਦੇ ਵਿੱਚ ਕਿਸ ਤਰ੍ਹਾਂ ਆਉਂਦਾ ਹੈ। ਜਿਹੜੀ ਅਕਵਾਇਰਡ ਇਮਿਊਨਿਟੀ ਹੈ ਉਹ 2 ਤਰ੍ਹਾਂ ਦਾ ਇਮਿਊਨ ਰਿਸਪੌਂਸ ਬਾਡੀ ਦੇ ਵਿੱਚ ਸ਼ੋ ਕਰਦੀ ਹੈ। ਵਨ ਇਜ਼ ਹਿਊਮਰਲ ਔਰ ਐਂਟੀਬੋਡੀ ਮੀਡੀਏਟਿਡ ਰਿਸਪੌਂਸ, ਜਿਸ ਨੂੰ AMI ਵੀ ਕਿਹਾ ਜਾਂਦਾ ਹੈ, ਅਤੇ ਦੂਸਰਾ ਹੁੰਦਾ ਹੈ ਸੈੱਲ ਮੀਡੀਏਟਿਡ ਰਿਸਪੌਂਸ ਔਰ ਸੈੱਲ ਮੀਡੀਏਟਿਡ ਇਮਿਊਨਿਟੀ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਹਿਊਮਰਲ ਔਰ ਐਂਟੀਬੋਡੀ ਮੀਡੀਏਟਿਡ ਰਿਸਪੌਂਸ। ਇਸ ਰਿਸਪੌਂਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀਆਂ ਐਂਟੀਬੋਡੀਜ਼ ਬਲੱਡ ਦੇ ਵਿੱਚ ਬਣਦੀਆਂ ਅਤੇ ਬਲੱਡ ਦੇ ਵਿੱਚ ਹੀ ਉਹ ਰਿਲੀਜ਼ ਹੁੰਦੀਆਂ, ਤਾਂ ਇਸ ਕਰਕੇ ਇਸ ਰਿਸਪੌਂਸ ਨੂੰ ਅਸੀਂ ਹਿਊਮਰਲ ਇਮਿਊਨ ਰਿਸਪੌਂਸ ਕਹਿੰਦੇ ਹਾਂ। ਜਿਹੜਾ ਸੈੱਲ ਮੀਡੀਏਟਿਡ ਇਮਿਊਨਿਟੀ ਹੁੰਦਾ ਹੈ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿੱਦਾਂ ਜਿਹੜੀ ਸਾਡੀ ਬਾਡੀ ਹੈ ਉਹਦੇ ਵਿੱਚ ਜਦੋਂ ਔਰਗਨ ਟਰਾਂਸਪਲਾਂਟੇਸ਼ਨ ਹੁੰਦੀ ਹੈ, ਜਿਵੇਂ ਕਿ ਕਿਸੇ ਵਿਅਕਤੀ ਦੇ ਵਿੱਚ ਕੋਈ ਔਰਗਨ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦਾ, ਤਾਂ ਉਹ ਕਿਸੇ ਡੋਨਰ ਤੋਂ ਔਰਗਨ ਲੈ ਲਿਆ ਜਾਂਦਾ ਅਤੇ ਉਹ ਬੰਦੇ ਦੀ ਬਾਡੀ ਦੇ ਵਿੱਚ ਟਰਾਂਸਪਲਾਂਟ ਕਰ ਦਿੱਤਾ ਜਾਂਦਾ। ਜਿਵੇਂ ਕਿ ਆਈ ਹੋ ਗਿਆ, ਲਿਵਰ ਹੋ ਗਿਆ, ਹਾਰਟ ਹੋ ਗਿਆ, ਕਿਡਨੀਜ਼ ਹੋ ਗਏ, ਤਾਂ ਇਹਨਾਂ ਨੂੰ ਅਸੀਂ ਜਿਹੜਾ ਹੈ ਟਰਾਂਸਪਲਾਂਟ ਕਰ ਸਕਦੇ ਹਾਂ। ਬਟ ਸਾਡੀ ਬਾਡੀ ਦੇ ਵਿੱਚ ਇਹ ਅਬਿਲਿਟੀ ਹੈ ਕਿ ਉਹ ਸੈਲਫ ਨੂੰ ਨੋਨ ਸੈਲਫ ਤੋਂ ਵੱਖਰਾ ਕਰ ਸਕਦੀ ਹੈ। ਜਦੋਂ ਕੋਈ ਵੀ ਚੀਜ਼ ਬਾਹਰੋਂ ਬਾਡੀ ਦੇ ਵਿੱਚ ਭੇਜੀ ਜਾਂਦੀ ਹੈ ਤਾਂ ਸਾਡੀ ਬਾਡੀ ਉਸ ਨੂੰ ਪਹਿਚਾਣ ਲੈਂਦੀ ਹੈ ਅਤੇ ਉਸ ਨੂੰ ਉਹ ਐਕਸੈਪਟ ਨਹੀਂ ਕਰਦੀ, ਉਹਦੇ ਰਿਸਪੌਂਸ ਵਿੱਚ ਵੀ ਐਂਟੀਬੋਡੀਜ਼ ਬਣਾਉਂਦੀ ਹੈ। ਤਾਂ ਇਸ ਤਰ੍ਹਾਂ ਇਹ ਜਿਹੜੀਆਂ ਐਂਟੀਬੋਡੀਜ਼ ਨੋਨ ਸੈਲਫ ਕੋਈ ਵੀ ਚੀਜ਼ ਜਿਹੜੀ ਬਾਹਰੋਂ ਆਈ ਹੈ ਉਹਦੇ ਰਿਸਪੌਂਸ ਦੇ ਵਿੱਚ ਬਣਦੀਆਂ, ਇਹ ਸੈੱਲ ਮੀਡੀਏਟਡ ਇਮਿਊਨਿਟੀ ਦੇ ਦੁਆਰਾ ਇਹ ਰਿਸਪੌਂਸ ਸ਼ੋ ਕੀਤਾ ਜਾਂਦਾ। ਤਾਂ ਜਿਹੜਾ ਡੋਨਰ ਹੈ, ਜਿਹਦੇ ਵਿੱਚ ਜਿਹੜਾ ਰੈਸਿਪੀਐਂਟ ਹੈ ਔਰਗਨ ਟਰਾਂਸਪਲਾਂਟੇਸ਼ਨ ਦੇ ਵਿੱਚ,
ਜਿਹਦੀ ਬੋਡੀ ਵਿੱਚ ਅਸੀਂ ਕਿਸੇ ਤੋਂ ਹੋਰ ਆਰਗਨ ਲੈ ਕੇ ਟ੍ਰਾਂਸਪਲਾਂਟ ਕੀਤਾ ਹੈ, ਪਾਇਆ ਹੈ, ਉਸ ਦੀ ਜਿਹੜਾ ਇਮਿਊਨ ਰਿਸਪੌਂਸ ਹੈ ਉਹਨੂੰ ਪੂਰੀ ਜ਼ਿੰਦਗੀ ਸਪਰੈਸ ਰੱਖਣਾ ਪਏਗਾ ਤਾਂ ਕਿ ਐਂਟੀਬੋਡੀਜ਼ ਨਾ ਪ੍ਰੋਡਿਊਸ ਹੋਣ, ਅਤੇ ਇਸ ਕਰਕੇ ਉਹਨੂੰ ਪੂਰੀ ਜ਼ਿੰਦਗੀ ਇਮਿਊਨ ਸਿਸਟਮ ਸਪਰੈਸੈਂਟ ਮੈਡੀਸਨਸ ਜਿਹੜੀਆਂ ਉਹ ਖਾਣੀਆਂ ਪੈਣਗੀਆਂ। ਤਾਂ ਇਹ ਜਿਹੜਾ ਹੈ ਇਹ ਸੈੱਲ ਮੀਡੀਏਟਡ ਇਮਿਊਨਿਟੀ ਹੁੰਦੀ ਹੈ, ਜਿਹੜੀ ਸੈਲਫ ਨੂੰ ਨੌਨ ਸੈਲਫ ਤੋਂ ਰਿਕੋਗਨਾਈਜ਼ ਕਰਨ ਦੇ ਵਿੱਚ ਸਾਡੀ ਹੈਲਪ ਕਰਦੀ ਹੈ। Now our next slide is about active and passive immunity. ਇਸ ਇਮਿਊਨਿਟੀ ਦੇ ਵਿੱਚ ਜਿਹੜਾ ਹੋਸਟ ਹੈ ਉਹਦੇ ਵਿੱਚ ਐਂਟੀਜਨਸ ਭੇਜੇ ਜਾਂਦੇ ਆ। ਇਹ ਐਂਟੀਜਨ ਲਿਵਿੰਗ ਜਾਂ ਡੈਡ ਮਾਈਕਰੋਬਸ ਹੋ ਸਕਦੇ ਆ, ਪ੍ਰੋਟੀਨਸ ਹੋ ਸਕਦੇ ਆ, ਅਤੇ ਇਹਨਾਂ ਦੇ ਰਿਸਪੌਂਸ ਦੇ ਵਿੱਚ ਬੋਡੀਜ਼ ਐਂਟੀਬੋਡੀਜ਼ ਜਨਰੇਟ ਕਰਦੀ ਹੈ। ਤਾਂ ਉਹਦੇ ਨਾਲ ਜਿਹੜੀ ਇਮਿਊਨਿਟੀ ਬੋਡੀ ਦੀ ਬਣਦੀ ਹੈ, ਦਿਸ ਟਾਈਪ ਆਫ ਇਮਿਊਨਿਟੀ ਇਜ਼ ਕਾਲਡ ਐਕਟਿਵ ਇਮਿਊਨਿਟੀ। ਤਾਂ ਜਿਹੜਾ ਐਕਟਿਵ ਇਮਿਊਨ ਰਿਸਪੌਂਸ ਹੈ ਬੋਡੀ ਦਾ ਉਹ ਬੜਾ ਸਲੋ ਹੁੰਦਾ, ਔਰ ਇਹ ਆਪਦਾ ਫੁੱਲ ਇਫੈਕਟਿਵ ਰਿਸਪੌਂਸ ਸ਼ੋ ਕਰਨ ਲਈ ਬੋਡੀ ਟਾਈਮ ਲੈਂਦੀ ਹੈ। ਤਾਂ ਜਦੋਂ ਅਸੀਂ ਇਮੂਨਾਈਜੇਸ਼ਨ ਕਰਦੇ ਹਾਂ ਇਨਫੈਕਸ਼ੀਅਸ ਡਿਜ਼ੀਜ਼ਸ ਦੇ ਅਗੇਂਸਟ, ਤਾਂ ਉਦੋਂ ਅਸੀਂ ਜਿਹੜੇ ਮਾਈਕਰੋਬਸ ਹੈ, ਵੀਕਨਡ ਮਾਈਕਰੋਬਸ ਬੋਡੀ ਦੇ ਵਿੱਚ ਭੇਜ ਦਿੰਦੇ ਹਾਂ, ਅਤੇ ਇਹਦੇ ਨਾਲ ਅਸੀਂ ਐਕਟਿਵ ਇਮਿਊਨਿਟੀ ਇੰਡਿਊਸ ਕਰਦੇ ਹਾਂ। ਦੂਸਰਾ ਜਿਹੜਾ ਹੈ ਇਮਿਊਨਿਟੀ, ਦੂਸਰੀ ਟਾਈਪ ਦੀ ਜਿਹੜੀ ਹੈ ਪੈਸਿਵ ਇਮਿਊਨਿਟੀ, ਉਹਦੇ ਵਿੱਚ ਅਸੀਂ ਜਿਹੜਾ ਹੈ ਡਾਇਰੈਕਟ ਐਂਟੀਬੋਡੀਜ਼ ਬਾਹਰੋਂ ਹੀ ਦੇ ਦਿੰਦੇ ਹਾਂ ਕਿ ਬੋਡੀ ਨੂੰ ਐਂਟੀਬੋਡੀਜ਼ ਪ੍ਰੋਡਿਊਸ ਨਾ ਕਰਨੀਆਂ ਪੈਣ, ਸਗੋਂ ਬਾਹਰੋਂ ਹੀ ਐਂਟੀਬੋਡੀਜ਼ ਚਲੀਆਂ ਜਾਣ, ਅਤੇ ਇਹਦੇ ਨਾਲ ਉਹ ਫੋਰਨ ਏਜੰਟ ਜਿਹੜੇ ਬੋਡੀ 'ਚ ਆਏ ਆ ਉਹ ਨਾਲ ਦੀ ਨਾਲ ਕਿਲ ਹੋ ਜਾਂਦੇ ਆ। ਤਾਂ ਇਹ ਬੜਾ ਫਾਸਟ ਰਿਸਪੌਂਸ ਹੁੰਦਾ ਪੈਸਿਵ ਇਮਿਊਨਿਟੀ ਦਾ। ਅਤੇ ਇਹਦੀ ਐਗਜ਼ਾਮਪਲ ਹੈ ਕੋਲੋਸਟਰਮ। ਕੋਲੋਸਟਰਮ ਯੈਲੋਇਸ਼ ਕਲਰ ਦਾ ਫਲੂਇਡ ਹੁੰਦਾ ਜਿਹੜਾ ਮਦਰ ਦੀ ਬੋਡੀ ਦੇ ਵਿੱਚ ਆਫਟਰ ਡਿਲੀਵਰੀ ਪ੍ਰੋਡਿਊਸ ਹੁੰਦਾ, ਅਤੇ ਜਿਹੜਾ ਕਿ ਰਿਚ ਇਨ ਐਂਟੀਬੋਡੀਜ਼ ਹੁੰਦਾ। ਇਹਦੇ ਵਿੱਚ ਇਮਿਊਨੋਗਲੋਬੂਲਿਨਸ ਏ ਹੁੰਦੀਆਂ ਜਿਹੜੀਆਂ ਕਿ ਇਨਫੈਂਟ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀਆਂ। ਤਾਂ ਇਹ ਪੈਸਿਵ ਇਮਿਊਨਿਟੀ ਦੀ ਇੱਕ ਐਗਜ਼ਾਮਪਲ ਹੈ। ਉਸ ਤੋਂ ਅਗਲੀ ਜਿਹੜੀ ਸਾਡੀ ਸਲਾਈਡ ਹੈ, ਦਿਸ ਇਜ਼ ਅਬਾਊਟ ਵੈਕਸੀਨੇਸ਼ਨ ਐਂਡ ਇਮੂਨਾਈਜੇਸ਼ਨ। ਇਹ ਵੈਕਸੀਨੇਸ਼ਨ ਅਤੇ ਇਮੂਨਾਈਜੇਸ਼ਨ ਇਹ ਵੀ ਸੇਮ ਪ੍ਰਿੰਸੀਪਲ ਦੇ ਉੱਤੇ ਬੇਸਡ ਹੈ ਕਿ ਵੈਕਸੀਨੇਸ਼ਨ ਦੇ ਵਿੱਚ ਅਸੀਂ ਵੀਕਨਡ ਜਾਂ ਇਨਐਕਟੀਵੇਟਡ ਪੈਥੋਜਨ ਇਨ ਦਾ ਫਾਰਮ ਆਫ ਵੈਕਸੀਨ ਬੋਡੀ ਦੇ ਵਿੱਚ ਇੰਡਿਊਸ ਕਰ ਦਿੰਦੇ ਹਾਂ। ਉਸ ਦੇ ਰਿਸਪੌਂਸ ਦੇ ਵਿੱਚ ਬੋਡੀ ਜਿਹੜੀ ਆ ਉਹ ਐਂਟੀਬੋਡੀਜ਼ ਬਣਾਉਂਦੀ ਹੈ। ਤਾਂ ਜਿਹੜਾ ਪਹਿਲਾ ਰਿਸਪੌਂਸ ਹੁੰਦਾ ਬੋਡੀ ਦਾ ਉਹ ਬੜਾ ਸਲੋ ਹੁੰਦਾ। ਜਦੋਂ ਪਹਿਲੀ ਵਾਰੀ ਜਿਹੜੇ ਮਾਈਕਰੋਬਸ ਇੰਜੈਕਟ ਕੀਤੇ ਜਾਂਦੇ ਆ, ਵੀਕਨਡ ਪੈਥੋਜਨ ਬੋਡੀ 'ਚ ਇੰਜੈਕਟ ਕੀਤੇ ਜਾਂਦੇ ਆ, ਅਤੇ ਸਾਡੇ ਜਿਹੜੇ ਬੀ ਸੈਲਜ਼ ਹੈ ਅਤੇ ਟੀ ਸੈਲਜ਼ ਹੈ ਉਸ ਨੂੰ ਰਿਕੋਗਨਾਈਜ਼ ਕਰ ਲੈਂਦੇ ਆ, ਯਾਦ ਕਰ ਲੈਂਦੇ ਆ, ਮੈਮਰੀ ਸੈਲਜ਼ ਦੇ ਵਿੱਚ ਮੈਮਰੀ ਜਨਰੇਟ ਕਰਦੇ ਆ ਇਹ। ਔਰ ਜਦੋਂ ਦੁਬਾਰਾ ਕਿਤੇ ਉਸੇ ਪੈਥੋਜਨ ਦਾ ਐਕਸਪੋਜਰ ਹੁੰਦਾ ਹੈ ਤਾਂ ਉਹ ਬਹੁਤ ਜ਼ਿਆਦਾ ਇੰਟੈਂਸ ਜਿਹੜਾ ਰਿਸਪੌਂਸ ਹੈ ਉਹਦੇ ਅਗੇਂਸਟ ਦਿੰਦੇ ਹੈਗੇ ਆ, ਔਰ ਬੜੀ ਜਲਦੀ ਜਲਦੀ ਜਿਹੜੇ ਬਾਹਰੋਂ ਪੈਥੋਜਨ ਆਇਆ ਉਹਨੂੰ ਕਿਲ ਕਰ ਦਿੰਦੇ ਆ। ਤਾਂ ਇਸ ਤਰ੍ਹਾਂ ਨਾਲ ਜਿਹੜੀ ਵੈਕਸੀਨੇਸ਼ਨ ਹੈ ਉਹ ਸਾਡੀ ਹੈਲਪ ਕਰਦੀ ਹੈ। ਬਟ ਜਦੋਂ ਕਿਤੇ ਇਮੀਡੀਏਟ ਰਿਲੀਫ ਦੀ ਲੋੜ ਹੈ, ਜਿਵੇਂ ਕਿ ਇਨ ਕੇਸ ਆਫ ਸਨੇਕ ਬਾਈਟਸ, ਤਾਂ ਉਦੋਂ ਕੀ ਕੀਤਾ ਜਾਂਦਾ ਹੈ ਕਿ ਜਿਹੜਾ ਇੰਜੈਕਸ਼ਨ ਹੈ ਉਹ ਵਿਅਕਤੀ ਨੂੰ ਸਿੱਧਾ ਹੀ ਲਗਾ ਦਿੱਤਾ ਜਾਂਦਾ ਹੈ ਐਂਟੀਬੋਡੀਜ਼ ਦਾ, ਤਾਂ ਕਿ ਜਿਹੜਾ ਹੈ ਬੋਡੀ ਨੂੰ ਕੰਮ ਨਾ ਕਰਨਾ ਪਵੇ, ਬੋਡੀ ਨੂੰ ਐਂਟੀਬੋਡੀਜ਼ ਜਿਹੜੀਆਂ ਉਹ ਜਨਰੇਟ ਨਾ ਕਰਨੀਆਂ ਪੈਣ, ਇਮੀਡੀਏਟਲੀ ਵਿਅਕਤੀ ਨੂੰ ਜਿਹੜਾ ਹੈ ਰਿਲੀਫ ਹੋ ਜਾਏ। ਤਾਂ ਇਸ ਤਰ੍ਹਾਂ ਦੀ ਇਮੂਨਾਈਜੇਸ਼ਨ ਨੂੰ ਅਸੀਂ ਪੈਸਿਵ ਇਮੂਨਾਈਜੇਸ਼ਨ ਕਹਿੰਦੇ ਹਾਂ, ਜਿਹਦੇ ਵਿੱਚ ਐਂਟੀਬੋਡੀਜ਼ ਨੂੰ ਅਸੀਂ ਡਾਇਰੈਕਟ ਇੰਜੈਕਟ ਕਰ ਦਿੱਤਾ। ਇਹਦੀ ਟੈਟਨਸ ਅਤੇ ਸਨੇਕ ਬਾਈਟਸ ਦੇ ਇੰਜੈਕਸ਼ਨ ਜਿਹੜੇ ਆ ਉਹ ਇਹਦੀ ਐਗਜ਼ਾਮਪਲ ਹੈ ਵੈਕਸੀਨੇਸ਼ਨ ਦੀ। ਜਿਹੜੀ ਨੈਕਸਟ ਸਲਾਈਡ ਹੈ ਸਾਡੀ ਉਹ ਹੈ ਅਬਾਊਟ ਦਾ ਐਲਰਜੀ। ਤਾਂ ਇਸ ਤੋਂ ਅਗਲੀ ਜੋ ਸਾਡੀ ਸਲਾਈਡ ਹੈ ਦਿਸ ਸਲਾਈਡ ਇਜ਼ ਅਬਾਊਟ ਐਲਰਜੀਜ਼। ਤਾਂ ਐਲਰਜੀ ਕੀ ਹੁੰਦੀ ਹੈ ਕਿ ਸਪੋਜ਼ ਕਈ ਵਾਰੀ ਅਸੀਂ ਕਿਸੇ ਖਾਸ ਪਰਟੀਕੂਲਰ ਜਗ੍ਹਾ ਦੇ ਉੱਤੇ ਗਏ ਅਤੇ ਇੱਕਦਮ ਸਾਨੂੰ ਛਿੱਕਾਂ ਆਉਣੀਆਂ ਸ਼ੁਰੂ ਹੋ ਗਈਆਂ, ਜਿਹਦਾ ਕੋਈ ਵੀ ਰੀਜ਼ਨ ਨਹੀਂ ਸੀ, ਅਤੇ ਜਿਵੇਂ ਹੀ ਤੁਸੀਂ ਉਸ ਜਗ੍ਹਾ ਤੋਂ ਕਿਤੇ ਦੂਰ ਚਲੇ ਗਏ ਤਾਂ ਉਹ ਛਿੱਕਾਂ ਆਉਣੀਆਂ ਆਪਣੇ ਆਪ ਬੰਦ ਹੋ ਗਈਆਂ। ਤਾਂ ਇਹ ਕਿਉਂ ਹੋਇਆ ਕਿ ਸਾਡੀ ਬੋਡੀ ਨੇ ਕੋਈ ਰਿਸਪੌਂਸ ਸ਼ੋ ਕੀਤਾ ਕਿਸੇ ਇਨਵਾਇਰਮੈਂਟ ਦੇ ਪਾਰਟੀਕਲ ਦੇ ਲਈ,
ਤਾਂ ਇਸ ਤਰ੍ਹਾਂ ਦਾ ਜਦੋਂ ਸਾਡਾ ਇਮਿਊਨ ਸਿਸਟਮ ਇਸ ਤਰ੍ਹਾਂ ਦਾ ਰਿਸਪੌਂਸ ਸ਼ੋ ਕਰੇਗਾ ਇਨਵਾਇਰਮੈਂਟ ਦੇ ਕਿਸੇ ਵੀ ਪਾਰਟੀਕਲ ਦੇ ਲਈ, ਤਾਂ ਉਹਨੂੰ ਅਸੀਂ ਅਲਰਜੀ ਕਹਾਂਗੇ। ਔਰ ਇਹੋ ਜਿਹੇ ਸਬਸਟੈਂਸਸ ਜਿਹਦੀ ਵਜ੍ਹਾ ਨਾਲ ਇਹ ਐਲਰਜੀ ਕਾਜ਼ ਹੋਈ ਹੈ, ਇਹਨਾਂ ਨੂੰ ਅਸੀਂ ਐਲਰਜਨਸ ਕਹਾਂਗੇ। ਤਾਂ ਇਸ ਦੇ ਵਿੱਚ ਜਿਹੜੀ ਐਂਟੀਬੋਡੀਜ਼ ਸਾਡੀ ਬਾਡੀ ਬਣਾਉਂਦੀ ਹੈ, ਉਹ IgE ਟਾਈਪ ਦੀਆਂ ਐਂਟੀਬੋਡੀਜ਼ ਹੁੰਦੀਆਂ। ਕਾਮਨ ਜਿਹੜੇ ਐਲਰਜਨਸ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਐਲਰਜੀ ਹੁੰਦੀ ਹੈ, ਉਹ ਹੁੰਦੇ ਆ ਮਾਈਟਸ ਇਨ ਦ ਡਸਟ, ਪੋਲਨ ਗ੍ਰੇਨਸ ਅਤੇ ਫਰ ਆਫ ਐਨੀਮਲਸ। ਇਹਨਾਂ ਸਾਰੀਆਂ ਚੀਜ਼ਾਂ ਦੀ ਵਜ੍ਹਾ ਨਾਲ ਬਾਡੀ ਦੇ ਵਿੱਚ ਐਲਰਜੀ ਹੋ ਸਕਦੀ ਹੈ। ਤਾਂ ਇਹਦੇ ਸਿੰਪਟਮਸ ਹੁਣ ਕੀ ਹੋ ਸਕਦੇ ਆ ਐਲਰਜੀ ਦੇ? ਸਿੰਪਟਮ ਦੇ ਵਿੱਚ ਸਨੀਜ਼ਿੰਗ, ਵਾਟਰੀ ਆਈਜ਼, ਰਨਿੰਗ ਨੋਜ਼, difficulty in breathing, histamine and serotonin. These are released by the mast cell when there is allergy. ਤਾਂ ਜਦੋਂ ਅਸੀਂ ਇਸ ਨੂੰ ਡਿਟਰਮਿਨ ਕਿਵੇਂ ਕਰ ਸਕਦੇ ਹਾਂ ਕਾਜ਼ ਐਲਰਜੀ ਦਾ, ਵੀ ਐਲਰਜੀ ਕਿਹਦੀ ਵਜ੍ਹਾ ਨਾਲ ਹੋਈ, ਤਾਂ ਜਿਹੜਾ ਪੇਸ਼ੈਂਟ ਹੈਗਾ ਉਸ ਨੂੰ ਡਿਫਰੈਂਟ ਟਾਈਪ ਆਫ ਐਲਰਜਨਸ ਦੇ ਨਾਲ, ਸਮੋਲ ਡੋਜ਼ਿਸ ਆਫ ਐਲਰਜਨਸ ਦੇ ਨਾਲ ਇੰਜੈਕਟ ਕੀਤਾ ਜਾਂਦਾ ਹੈ। ਅਤੇ ਉਹਦੇ ਨਾਲ ਫਿਰ ਉਹਦੀ ਬਾਡੀ ਕੀ ਰਿਸਪੌਂਸ ਕਰਦੀ ਹੈ, ਕੀ ਰਿਐਕਸ਼ਨਸ ਸ਼ੋ ਕਰਦੀ ਹੈ, ਉਹਨਾਂ ਨੂੰ ਸਟੱਡੀ ਕੀਤਾ ਜਾਂਦਾ ਹੈ। ਜਿਹੜੀ ਇਸ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਂਦਾ ਹੈ? ਐਂਟੀਹਿਸਟਾਮਾਈਨ, ਐਡਰੀਨਲਿਨ ਅਤੇ ਸਟੀਰੋਇਡ ਇੱਦਾਂ ਦੀਆਂ ਡਰੱਗਸ, ਇੱਦਾਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਐਲਰਜੀ ਦੇ ਸਿੰਪਟਮਸ ਨੂੰ ਘੱਟ ਕਰਦੀਆਂ। ਤਾਂ ਇਹਦਾ ਹੁਣ ਰੀਜ਼ਨ ਇਹ ਹੈਗਾ ਕਿ ਜਿਹੜੇ ਮਾਡਰਨ ਡੇ ਲਾਈਫ ਸਟਾਈਲ ਹੈ ਉਹਦੀ ਵਜ੍ਹਾ ਨਾਲ ਇਮਿਊਨਿਟੀ ਬਾਡੀ ਦੀ ਬਹੁਤ ਜ਼ਿਆਦਾ ਘੱਟ ਰਹੀ ਹੈ ਅਤੇ ਬਾਡੀ ਐਲਰਜਨਸ ਦੇ ਲਈ ਬਹੁਤ ਜ਼ਿਆਦਾ ਸੈਂਸਿਟਿਵ ਹੋ ਰਹੀ ਹੈ। ਇਸ ਕਰਕੇ ਜਿਹੜੀਆਂ ਮੈਟਰੋ ਸਿਟੀਜ਼ ਹੈ ਉਹਨਾਂ ਵਿੱਚ ਰਹਿਣ ਵਾਲੇ ਜਿਹੜੇ ਬੱਚੇ ਹੈ ਉਹਨਾਂ ਵਿੱਚ ਬਹੁਤ ਜ਼ਿਆਦਾ ਅਸਥਮਾ ਹੋ ਰਿਹਾ, ਐਂਡ ਦਿਸ ਇਜ਼ ਡਿਊ ਟੂ ਦਾ ਸੈਂਸਿਟਿਵਿਟੀ ਟੂ ਦਾ ਇਨਵਾਇਰਮੈਂਟ। ਹੁਣ ਜਿਵੇਂ ਅਸੀਂ ਇਸ ਤੋਂ ਅਗਲੀ ਜਿਹੜੀ ਸਲਾਈਡ ਹੈ ਦੈਟ ਇਜ਼ ਅਬਾਊਟ ਆਟੋ ਇਮਿਊਨਿਟੀ। ਤਾਂ ਜਿਵੇਂ ਕਿ ਅਸੀਂ ਪਹਿਲਾਂ ਵੀ ਪੜ੍ਹਿਆ ਹੈ, ਪਹਿਲਾਂ ਵੀ ਸਮਝਿਆ ਹੈ ਕਿ ਜਿਹੜੀ ਸਾਡਾ ਇਮਿਊਨ ਸਿਸਟਮ ਹੈ ਉਹਦੀ ਵਜ੍ਹਾ ਨਾਲ ਬਾਡੀ ਸੈਲਫ ਅਤੇ ਨੋਨ ਸੈਲਫ ਦੇ ਵਿੱਚ ਡਿਫਰੈਂਸ ਪਤਾ ਕਰ ਸਕਦੀ ਹੈ। ਅਤੇ ਨੋਨ ਸੈਲਫ ਯਾਨੀ ਜਿਹੜੀਆਂ ਵੀ ਚੀਜ਼ਾਂ ਬਾਹਰੋਂ ਕੋਈ ਆਈਆਂ ਉਹਨਾਂ ਨੂੰ ਉਹ ਡਿਸਕਾਰਡ ਕਰ ਸਕਦੀ ਹੈ। ਜਿਵੇਂ ਕਿ ਅਸੀਂ ਗ੍ਰਾਫਟਿੰਗ ਦੇ ਬਾਰੇ ਪੜ੍ਹਿਆ ਸੀ ਜਾਂ ਔਰਗਨ ਟਰਾਂਸਪਲਾਂਟੇਸ਼ਨ ਦੇ ਬਾਰੇ ਪੜ੍ਹਿਆ ਸੀ। ਤਾਂ ਕਈ ਵਾਰ ਕੀ ਹੁੰਦਾ ਹੈ ਕਿ ਇੱਕ ਤਾਂ ਬਾਡੀ ਨੋਨ ਸੈਲਫ ਨੂੰ ਰਿਕੋਗਨਾਈਜ਼ ਕਰਦੀ ਹੈ, ਬਟ ਕਈ ਵਾਰੀ ਕਿਸੇ ਜੈਨੇਟਿਕ ਰੀਜ਼ਨ ਦੀ ਵਜ੍ਹਾ ਨਾਲ ਕੀ ਹੁੰਦਾ ਹੈ ਕਿ ਬਾਡੀ ਜਿਹੜੀ ਹੈ ਉਹ ਆਪਣੇ ਹੀ ਸੈਲਸ ਦੇ ਉੱਤੇ ਅਟੈਕ ਕਰਨਾ ਸ਼ੁਰੂ ਕਰ ਦਿੰਦੀ ਹੈ। ਤਾਂ ਕਈ ਇਸ ਤਰ੍ਹਾਂ ਨਾਲ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹੈ ਉਹ ਪੈਦਾ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਆਟੋ ਇਮਿਊਨ ਡਿਜ਼ੀਜ਼ਸ ਕਹਿੰਦੇ ਹਾਂ। ਤਾਂ ਆਟੋ ਇਮਿਊਨ ਡਿਜ਼ੀਜ਼ਸ ਦਾ ਮਤਲਬ ਇਹ ਹੈ ਕਿ ਉਹ ਵਾਲੀਆਂ ਡਿਜ਼ੀਜ਼ਸ ਜਿਨ੍ਹਾਂ ਦੇ ਵਿੱਚ ਬਾਡੀ ਦੇ ਸੈਲਸ ਆਪਣੀ ਹੀ ਬਾਡੀ ਦੇ ਸੈਲਸ ਨੂੰ ਖਾਣਾ ਸ਼ੁਰੂ ਕਰ ਦਿੰਦੇ ਆ, ਉਹਨਾਂ ਦੇ ਉੱਤੇ ਹੀ ਅਟੈਕ ਕਰਨਾ ਸ਼ੁਰੂ ਕਰ ਦਿੰਦੇ ਆ। ਤਾਂ ਇਸ ਤਰ੍ਹਾਂ ਦੀ ਡਿਜ਼ੀਜ਼ ਦੀ ਐਗਜ਼ਾਮਪਲ ਹੈ ਰਿਊਮੇਟਾਇਡ ਆਰਥਰਾਈਟਸ। ਤਾਂ ਰਿਊਮੇਟਾਇਡ ਆਰਥਰਾਈਟਸ ਇੱਕ ਇੱਦਾਂ ਦੀ ਡਿਜ਼ੀਜ਼ ਹੈ, ਇੱਕ ਆਟੋ ਇਮਿਊਨ ਡਿਜ਼ੀਜ਼ ਹੈ ਜਿਹੜੀ ਕਿ ਬਾਡੀ ਦੇ ਜੁਆਇੰਟਸ ਦੇ ਉੱਤੇ ਅਸਰ ਪੈਂਦਾ ਹੈ, ਜਿਹਦੇ ਨਾਲ ਜੁਆਇੰਟਸ ਵਿੱਚ ਸਵੈਲਿੰਗ ਅਤੇ ਡੀਫੋਰਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਐਂਡ ਦਿਸ ਇਜ਼ ਐਨ ਆਟੋ ਇਮਿਊਨ ਡਿਜ਼ੀਜ਼ ਜਿਹਦੇ ਵਿੱਚ ਬਾਡੀ ਆਪਣੀ ਹੀ ਸੈਲਸ ਨੂੰ ਅਟੈਕ ਕਰਨਾ ਸ਼ੁਰੂ ਕਰ ਦਿੰਦੀ ਹੈ। ਨਾਓ ਦ ਨੈਕਸਟ ਸਲਾਈਡ ਇਜ਼ now in the next slide we can see that immune system of our body is composed of lymphoid organs, tissues, cells and antibodies. Now what is this lymphoid organs? Lymphoid organs are the organs in which our lymphocytes originate and mature. ਤਾਂ ਇਹਦਾ ਮਤਲਬ ਇਹ ਹੈ ਕਿ ਲਿੰਫੋਇਡ ਔਰਗਨ ਸਾਡੇ ਸਰੀਰ ਦੇ ਵਿੱਚ, ਸਰੀਰ ਦੇ ਇਮਿਊਨ ਸਿਸਟਮ ਦੇ
ਇਹੋ ਜਿਹੇ ਔਰਗਨ ਹੈਗੇ ਆ ਜਿੱਥੇ ਲਿੰਫੋਸਾਈਟ ਯਾਨੀ ਬੀ ਲਿੰਫੋਸਾਈਟ ਅਤੇ ਟੀ ਲਿੰਫੋਸਾਈਟ ਇਹ ਬਣਦੇ ਆ ਅਤੇ ਉਸ ਤੋਂ ਬਾਅਦ ਮੈਚਿਓਰ ਹੁੰਦੇ ਆ। ਤਾਂ ਜਿਹੜੇ ਲਿੰਫੋਇਡ ਔਰਗਨਸ ਹੈ ਇਹ ਦੋ ਟਾਈਪ ਦੇ ਹੋ ਸਕਦੇ ਆ, ਪ੍ਰਾਇਮਰੀ ਲਿੰਫੋਇਡ ਔਰਗਨਸ ਐਂਡ ਸੈਕੰਡਰੀ ਲਿੰਫੋਇਡ ਔਰਗਨਸ। ਤਾਂ ਨੈਕਸਟ ਸਲਾਈਡ ਦੇ ਵਿੱਚ ਪ੍ਰਾਇਮਰੀ ਲਿੰਫੋਇਡ ਔਰਗਨਸ ਦੱਸੇ ਹੋਏ ਆ। ਪ੍ਰਾਇਮਰੀ ਲਿੰਫੋਇਡ ਔਰਗਨ ਜਿਹੜੇ ਆ ਉਹ ਅੱਗੇ ਦੋ ਤਰ੍ਹਾਂ ਦੇ ਹੋ ਸਕਦੇ ਆ, ਇਹਦੀਆਂ ਦੋ ਐਗਜ਼ਾਮਪਲਸ ਨੇ। ਵਨ ਇਜ਼ ਬੋਨ ਮੈਰੋ ਐਂਡ ਦਾ ਅਦਰ ਇਜ਼ ਥਾਈਮਸ। ਤਾਂ ਇਹਨਾਂ ਪ੍ਰਾਇਮਰੀ ਲਿੰਫੋਇਡ ਔਰਗਨਸ ਦੇ ਵਿੱਚ ਜਿਹੜੇ ਸਾਡੇ ਲਿੰਫੋਸਾਈਟਸ ਹੈ, ਬੀ ਸੈਲਸ ਅਤੇ ਟੀ ਸੈਲਸ, ਇਹ ਬਣਨਾ ਸ਼ੁਰੂ ਹੁੰਦੇ ਆ ਅਤੇ ਉਸ ਤੋਂ ਬਾਅਦ ਇਹ ਮੈਚਿਓਰ ਹੋ ਜਾਂਦੇ ਆ, ਵੱਡੇ ਹੋ ਜਾਂਦੇ ਆ। ਤਾਂ ਹੁਣ ਇਹ ਲਿੰਫੋਸਾਈਟ ਜਿਹੜੇ ਆ ਇਹ ਕੀ ਹੁੰਦੇ ਆ, ਇਹ WBC ਸਾਡੇ ਜਿਹੜੇ ਬਲੱਡ ਦੇ ਸੈੱਲ ਹੈਗੇ ਆ ਉਹ ਤਿੰਨ ਟਾਈਪ ਦੇ ਸੈੱਲਸ ਬਣਦੇ ਆ ਬਲੱਡ ਵਿੱਚ, WBCs, RBCs ਅਤੇ ਪਲੇਟਲੈਟਸ। ਅਤੇ ਜਿਹੜੇ WBCs ਹੈ ਉਹਦੀ ਟਾਈਪ ਹੁੰਦੀ ਹੈ ਦੀਜ਼ ਲਿੰਫੋਸਾਈਟਸ, ਲਿੰਫੋਸਾਈਟ, ਔਰ ਇੱਕ ਹੁੰਦੇ ਆ ਫੇਗੋਸਾਈਟਸ। ਅਤੇ ਜਿਹੜੇ ਇਹ ਲਿੰਫੋਸਾਈਟ ਹੈ ਇਹ ਇਸ ਕਰਕੇ WBC ਦੀ ਇੱਕ ਟਾਈਪ ਹੈ। ਅਤੇ ਇਹਦੇ ਵਿੱਚ ਜਿਹੜੇ ਬੋਨ ਮੈਰੋ ਹੈ, ਸਾਡੀ ਜਿਹੜੀਆਂ ਲੰਬੀਆਂ ਬੋਨਸ ਹੁੰਦੀਆਂ ਸਰੀਰ ਦੀਆਂ, ਜਿਵੇਂ ਕਿ ਥਾਈ ਦੀ ਬੋਨ ਹੈਗੀ ਆ, ਉਹਦੇ ਵਿੱਚ ਵਾਲਾ ਸੈਂਟਰਲ ਯੈਲੋ ਪਾਰਟ ਹੁੰਦਾ, ਇਸ ਨੂੰ ਯੈਲੋ ਮੈਰੋ ਵੀ ਕਿਹਾ ਜਾਂਦਾ ਹੈ। ਇਹਦੇ ਵਿੱਚ ਸਾਡੇ ਸਾਰੇ ਬਲੱਡ ਸੈੱਲਸ ਬਣਦੇ ਆ, WBC, RBC, ਪਲੇਟਲੈਟਸ ਸਾਰੇ ਬਣਦੇ ਆ। ਅਤੇ ਜਿਹੜਾ ਥਾਈਮਸ ਹੈ ਇਹ ਇੱਕ ਗਲੈਂਡ ਹੈ ਜਿਹੜਾ ਹਾਰਟ ਦੇ ਉੱਪਰ ਪ੍ਰੈਜ਼ੈਂਟ ਹੁੰਦਾ। ਜਦੋਂ ਕਿਸੇ ਵੀ ਵਿਅਕਤੀ ਦਾ ਬਰਥ ਹੁੰਦਾ ਤਾਂ ਇਹਦਾ ਥਾਈਮਸ ਦਾ ਸਾਈਜ਼ ਬਹੁਤ ਜ਼ਿਆਦਾ ਵੱਡਾ ਹੁੰਦਾ, ਪਰ ਜਿਵੇਂ ਜਿਵੇਂ ਅਸੀਂ ਮੈਚਿਓਰ ਹੁੰਦੇ ਹਾਂ ਵਿਦ ਦਾ ਏਜਿੰਗ, ਇਹ ਥਾਈਮਸ ਦਾ ਸਾਈਜ਼ ਛੋਟਾ ਹੁੰਦਾ ਜਾਂਦਾ। ਔਰ ਜਿਹੜਾ ਅਡਲਟ ਹਿਊਮਨ ਬੀਇੰਗ ਹੈ ਉਹਦੇ ਵਿੱਚ ਥਾਈਮਸ ਦਾ ਸਾਈਜ਼ ਜਿਹੜਾ ਹੈ ਉਹ ਬਹੁਤ ਜ਼ਿਆਦਾ ਛੋਟਾ ਹੁੰਦਾ। ਤਾਂ ਇਸ ਕਰਕੇ ਇਹ ਵੀ ਇੱਕ ਇੱਦਾਂ ਦੀ ਜਗ੍ਹਾ ਹੈ ਜਿੱਥੇ ਸਾਡੇ ਲਿੰਫੋਸਾਈਟ ਜਿਹੜੇ ਆ ਉਹ ਮੈਚਿਓਰ ਹੁੰਦੇ ਆ, ਬਣਦੇ ਆ। ਤਾਂ ਇਹ ਜਿਹੜਾ ਹੈ ਇਹ ਸਾਡੇ ਪ੍ਰਾਇਮਰੀ ਲਿੰਫੋਇਡ ਔਰਗਨਸ ਹੈ। ਪ੍ਰਾਇਮਰੀ ਲਿੰਫੋਇਡ ਔਰਗਨਸ ਤੋਂ ਬਾਅਦ ਨੈਕਸਟ ਜਿਹੜੀ ਟਾਈਪ ਹੈ ਦੈਟ ਇਜ਼, ਨੈਕਸਟ ਜਿਹੜੇ ਲਿੰਫੋਇਡ ਔਰਗਨ ਹੈ ਦੀਜ਼ ਆਰ ਦਾ ਸੈਕੰਡਰੀ ਲਿੰਫੋਇਡ ਔਰਗਨਸ। ਸੈਕੰਡਰੀ ਲਿੰਫੋਇਡ ਔਰਗਨਸ ਜਿਹੜੇ ਆ ਉਹਨਾਂ ਦੀਆਂ ਐਗਜ਼ਾਮਪਲਸ ਹੈ ਸਪਲੀਨ, ਲਿੰਫ ਨੋਡਸ, ਟੌਨਸਿਲਸ, ਪੀਅਰਸ ਪੈਚਸ ਇਨ ਦਾ ਸਮਾਲ ਇੰਟੈਸਟਾਈਨ। ਤਾਂ ਇਹ ਉਹ ਵਾਲੀਆਂ ਸਾਈਟਸ ਹੈ, ਉਹ ਵਾਲੀਆਂ ਜਗ੍ਹਾ ਹੈ ਐਕਚੁਅਲੀ ਜਿੱਥੇ ਸਾਡੇ ਜਿਹੜੇ ਬੀ ਸੈਲਸ ਅਤੇ ਟੀ ਸੈਲਸ ਹੈ ਉਹਨਾਂ ਦਾ ਇਨਕਾਊਂਟਰ, ਉਹਨਾਂ ਦਾ ਸਾਹਮਣਾ ਅਸਲ ਦੇ ਵਿੱਚ ਐਂਟੀਜਨਸ ਦੇ ਨਾਲ ਹੁੰਦਾ। ਅਤੇ ਉਦੋਂ ਬਾਅਦ ਇਹ ਸਾਡਾ ਜਿਹੜਾ ਇਮਿਊਨ ਸਿਸਟਮ ਹੈ ਉਹਨੂੰ ਇਮਿਊਨ ਰਿਸਪੌਂਸ ਸ਼ੋ ਕਰਨ ਲਈ ਜਾਂ ਐਂਟੀਬੋਡੀਜ਼ ਬਣਾਉਣ ਲਈ ਟ੍ਰਿਗਰ ਕਰਦੇ ਆ, ਐਂਡ ਦੀਜ਼ ਐਕਟ ਐਜ਼ ਦਾ ਅਫੈਕਟਰ ਸੈਲਸ। ਤਾਂ ਇਹਨਾਂ ਦੇ ਵਿੱਚ ਜਿਹੜੀ ਸਪਲੀਨ ਹੁੰਦੀ ਹੈ, ਸਪਲੀਨ ਇੱਕ ਲਾਰਜ ਬੀਨ ਸ਼ੇਪਡ ਔਰਗਨ ਹੁੰਦਾ ਹੈ। ਇਸ ਦੇ ਵਿੱਚ ਲਿੰਫੋਸਾਈਟ ਅਤੇ ਫੇਗੋਸਾਈਟਸ ਦੋਨੋਂ ਹੁੰਦੇ ਆ। ਇਹਦਾ ਕੰਮ ਕੀ ਹੁੰਦਾ, ਇਹ ਬਲੱਡ ਦੇ ਵਿੱਚ ਆਉਣ ਵਾਲੇ ਮਾਈਕਰੋ ਆਰਗੈਨਿਜ਼ਮਸ ਨੂੰ ਫਿਲਟਰ ਕਰਦਾ ਹੈ ਔਰ ਉਹਨਾਂ ਨੂੰ ਟਰੈਪ ਕਰਦਾ ਹੈ। ਬਲੱਡ ਨੂੰ ਫਿਲਟਰ ਕਰਕੇ ਮਾਈਕਰੋ ਆਰਗੈਨਿਜ਼ਮ ਨੂੰ ਟਰੈਪ ਕਰਦਾ ਹੈ। ਸਪਲੀਨ ਜਿਹੜਾ ਹੈ ਉਹਦੇ ਵਿੱਚ ਅਰਿਥਰੋਸਾਈਟ ਜਿਹੜੇ ਆ ਉਹ ਸਟੋਰ ਵੀ ਹੁੰਦੇ ਆ, ਸਪੈਸ਼ਲੀ ਫॉर ਦਾ ਫੀਟਸ। ਅਤੇ ਲਿੰਫ ਨੋਡਸ ਜਿਹੜੀਆਂ ਨੇ ਇਹ ਸੋਲਿਡ ਸਟਰਕਚਰਸ ਹੁੰਦੀਆਂ ਜਿਹੜੀਆਂ ਜਗ੍ਹਾ ਜਗ੍ਹਾ ਸਾਡੀ ਬੋਡੀ ਦੇ ਵਿੱਚ, ਪੂਰੀ ਬੋਡੀ ਦੇ ਵਿੱਚ ਲੋਕੇਟਡ ਹੁੰਦੀਆਂ ਅਲੋਂਗ ਦਾ ਲਿੰਫੈਟਿਕ ਸਿਸਟਮ। ਇਹ ਲਿੰਫ ਨੋਡ ਕੀ ਕਰਦੀਆਂ, ਮਾਈਕਰੋ ਆਰਗੈਨਿਜ਼ਮਸ ਨੂੰ ਟਰੈਪ ਕਰਦੀਆਂ ਜਾਂ ਐਂਟੀਜਨ ਨੂੰ ਟਰੈਪ ਕਰਦੀਆਂ, ਔਰ ਇਹ ਲਿੰਫ ਅਤੇ ਟਿਸ਼ੂ ਫਲੂਇਡ ਦੇ ਵਿੱਚ ਚਲੀਆਂ ਜਾਂਦੀਆਂ। ਉਸ ਤੋਂ ਬਾਅਦ ਜਿਹੜੇ ਇਹਦੇ ਵਿੱਚ ਐਂਟੀਜਨ ਹੁੰਦੇ ਆ, ਜਿਹੜੇ ਲਿੰਫ ਨੋਡ ਦੇ ਵਿੱਚ ਟਰੈਪ ਹੋ ਜਾਂਦੇ ਆ, ਉਹ ਲਿੰਫੋਸਾਈਟ ਨੂੰ ਐਕਟੀਵੇਟ ਕਰਦੇ ਆ ਔਰ ਜਿਹਦੀ ਵਜ੍ਹਾ ਨਾਲ ਸਾਡੀ ਬੋਡੀ ਅੱਗੇ ਇਮਿਊਨ ਰਿਸਪੌਂਸ ਸ਼ੋ ਕਰਦੀ ਹੈ। ਇਸ ਤੋਂ ਬਿਨਾਂ ਜਿਹੜਾ ਲਿੰਫੋਇਡ ਟਿਸ਼ੂ ਹੈ ਉਹ ਸਾਡੇ ਜਿੰਨੇ ਵੀ ਟਰੈਕ ਹੈਗੇ ਆ ਬੋਡੀ ਦੇ, ਰੈਸਪੀਰੇਟਰੀ ਟਰੈਕ, ਡਾਈਜੈਸਟਿਵ ਟਰੈਕ, ਯੂਰਾਈਨੋਜੈਨਾਈਟਲ ਟਰੈਕ, ਇਹਨਾਂ ਦੀ ਜਿਹੜੀ ਲਾਈਨਿੰਗ ਹੈ ਉਹ ਸਾਰੀ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ ਔਰ ਇਸ ਨੂੰ ਕਹਿੰਦੇ ਆ ਮਿਊਕੋਜ਼ਾ ਐਸੋਸੀਏਟਡ ਲਿੰਫੋਇਡ ਟਿਸ਼ੂ ਔਰ ਮਾਲਟ।
ਤਾਂ ਇਹ ਜਿਹੜਾ ਮਾਲਟ ਹੈ ਮਿਊਕੋਜ਼ਾ ਐਸੋਸੀਏਟਡ ਲਿੰਫੋਇਡ ਟਿਸ਼ੂ ਹੈ, ਇਹ ਸਾਡੇ ਸਾਰੇ ਹੀ ਜਿਹੜੇ ਮੇਜਰ ਟਰੈਕ ਹੈ ਬਾਡੀ ਦੇ ਉਹਨਾਂ ਦੀ ਲਾਈਨਿੰਗ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ। ਇਸ ਕਰਕੇ ਇਹ 50% ਲਿੰਫੋਇਡ ਹਿਊਮਨ ਬਾਡੀ ਦੇ ਲਿੰਫੋਇਡ ਟਿਸ਼ੂ ਦਾ 50% ਪਾਰਟ ਬਣਾਉਂਦਾ ਹੈ। ਤਾਂ ਇਸ ਤਰੀਕੇ ਨਾਲ ਜਿਹੜੇ ਸਾਡਾ ਲਿੰਫੋਇਡ ਔਰਗਨਸ ਹੈਗੇ ਆ, ਪ੍ਰਾਇਮਰੀ ਅਤੇ ਸੈਕੰਡਰੀ ਲਿੰਫੋਇਡ ਔਰਗਨ, ਉਹ ਕੰਮ ਕਰਦੇ ਆ ਅਤੇ ਉਹ ਸਾਡੇ ਬਾਡੀ ਦੇ ਵਿੱਚ ਇਹਨਾਂ ਨੂੰ ਜਿਹੜੇ ਬੀ ਸੈਲਸ ਹੈ, ਉਹ ਟੀ ਸੈਲਸ ਹੈ, ਉਹਨਾਂ ਨੂੰ ਬਣਾਉਂਦੇ ਆ, ਮੈਚੋਰ ਕਰਨ 'ਚ ਹੈਲਪ ਕਰਦੇ ਆ ਅਤੇ ਉਸ ਤੋਂ ਬਾਅਦ ਉਹਨਾਂ ਤੋਂ ਜਿਹੜੇ ਹੈ ਐਂਟੀਜਨਸ ਦਾ ਮੁਕਾਬਲਾ ਕਰਨ ਲਈ ਐਂਟੀਬੋਡੀਜ਼ ਬਾਡੀ ਤੋਂ ਜਨਰੇਟ ਕਰਵਾਉਂਦੇ ਆ। ਸੋ ਦਿਸ ਵਾਜ਼ ਆਲ ਅਬਾਊਟ immunity and its types. Thanks a lot all of you. Thank you.